गुरु नानक पग पंकज बंदन पग पंकज बंदन सिमरो अंगद अमरदास हृदय नित ध्यावो हृदय नित श्री गुरु रामदास गुण गावो गुरु अर्जन विघ्नन के नाशक विघ्नन श्री हर गोबिंद शुभ मत प्रकाशक श्री हर राय नमो कर जोरी श्री हर कृष्ण मनाओ तेग बहादुर परम कृपाला वाहिगुरु परम कृपाला श्री गुरु गोबिंद सिंह तरों तरा पर पुन पुन शीशा वाहिगुरु पुन बंदों बार बार जगदीशा जिसमें अमृत ज्ञान है श्री गुरु ग्रंथ साहिब उद्धत बंदों कर एकंकारा सतगुरु तेह प्रसाद सच वाहिगुरु जी की फतेह है विघ्न विनाशन वाहिगुरु जी की फतेह है विघ्न विनाशन लगी समाधि अखंड स्वरूपा जेते जाने आनंद अनूपा सगरे अंग अडोल रहाए चतुर मुहूर्त जगै बिताए जुगो जुग अटल ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮੇਲੇ ਇਕੱਤਰ ਹੋਏ ਗੁਰੂ ਸਵਾਰੇ ਗੁਰੂ ਪਿਆਰੇ ਸਤਸੰਗੀ ਜਨ ਵਡਭਾਗੇ ਹੋ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਬੈਠ ਕੇ ਆਪ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀਆਂ ਸਿਫਤ ਸਲਾਵਾਂ ਰੋਜ਼ਾਨਾ ਸਰਵਣ ਕਰਦੇ ਹੋ। ਸਤਿਗੁਰੂ ਜੀ ਦੀ ਅਪਾਰ ਰਹਿਮਤ ਪਿਛਲੇਰੇ ਦੀਵਾਨ ਜੋ ਲੜੀਵਾਰ ਸ਼੍ਰੀ ਗੁਰੂ ਪ੍ਰਤਾਪ ਸੂਝ ਗ੍ਰੰਥ ਦੀ ਮੁਬਾਰਕ ਕਥਾ ਚੱਲ ਰਹੀ ਹੈ। ਇਸ ਵਿੱਚ ਆਪ ਜੀ ਨੇ ਸਤਿਗੁਰੂ ਜੀ ਅੰਤਮ ਸਮੇਂ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਜੋ ਆਪਣੇ ਅਨੰਨ ਪਿਆਰੇ ਸਿੱਖਾਂ ਨੂੰ ਉਪਦੇਸ਼ ਦੇ ਰਹੇ ਨੇ, ਉਹ ਕੱਲ੍ਹ ਦੇ ਦੀਵਾਨਾਂ ਵਿੱਚ ਆਪ ਜੀ ਨੇ ਸਰਵਣ ਕੀਤਾ। ਆਓ ਹੋਰ ਮਾਲਕ ਜੀ ਕੀ ਕਿਰਪਾ ਕਰਦੇ ਨੇ, ਕਿਵੇਂ ਸਤਿਗੁਰੂ ਜੀ ਦਾ ਪ੍ਰਲੋਕ ਗਮਨ ਹੁੰਦਾ ਹੈ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ, ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਲਗੀ ਸਮਾਧਿ ਅਖੰਡ ਸਰੂਪਾ ਜੇਤੇ ਜਾਣੇ ਆਨੰਦ ਅਨੂਪਾ। ਅਖੰਡ ਸਮਾਧੀ ਜਿਹੜੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਲੱਗੀ ਹੋਈ ਹੈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਐ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਅਸਲ ਦੇ ਵਿੱਚ ਇਸ ਸਮਾਧੀ ਦੇ ਵਿੱਚ ਅਨੂਪ ਆਨੰਦ ਦੀ ਪ੍ਰਾਪਤੀ ਕਰ ਰਹੇ ਹੋ। ਇਹ ਸਮਾਧੀ ਉਹ ਹੈ ਜਿਹਨੂੰ ਅਫੁਰ ਅਵਸਥਾ ਵੀ ਰੱਬੀ ਬਾਣੀ ਵਿੱਚ ਕਿਹਾ ਹੈ।
ਤੁਰੀਆਵਸਥਾ ਵੀ ਕਿਹਾ ਹੈ, ਚਤੁਰਵਸਥਾ ਵੀ ਕਿਹਾ ਹੈ, ਚੌਥਾ ਪਦ ਵੀ ਕਿਹਾ ਹੈ। ਤੇ ਜਦੋਂ ਮਨੁੱਖ ਦੇ ਅੰਦਰ ਗੁਰਮੁਖਤਾਈ ਵਾਲਾ ਸੁਭਾਅ ਆਉਂਦਾ ਹੈ, ਉਦੋਂ ਜਾ ਕੇ ਅਖੰਡ ਅਵਸਥਾ ਜਿਹੜੀ ਹੈ, ਅਖੰਡ ਸਮਾਧੀ ਮਨੁੱਖ ਦੀ ਲੱਗਦੀ ਹੈ। ਮੈਂ ਕਈ ਵਾਰ ਬੇਨਤੀ ਕੀਤੀ ਹੈ, ਸਭ ਤੋਂ ਪਹਿਲਾਂ ਮਾਲਕ ਨੇ ਸਿੱਖ ਬਣਨਾ ਸਿਖਾਇਆ ਹੈ। ਸਿੱਖ ਕੀ ਹੁੰਦਾ ਹੈ? ਸਿੱਖ ਦੀ ਡੈਫੀਨੇਸ਼ਨ ਕੀ ਹੈ? ਪਰਿਭਾਸ਼ਾ ਕੀ ਹੈ? ਸਿੱਖ ਨੂੰ ਸਿੱਖੀ ਕਿਵੇਂ ਕਮਾਉਣੀ ਚਾਹੀਦੀ ਹੈ? ਸਿੱਖ ਤੋਂ ਬਾਅਦ ਫਿਰ ਅਗਲਾ ਪੜਾਅ ਜਿਹੜਾ ਹੈ, ਉਹ ਅਸਲ ਦੇ ਵਿੱਚ ਸਨਮੁਖ ਵਾਲਾ ਆਉਂਦਾ ਹੈ। ਸਿੱਖ ਸਿੱਖੀ ਕਮਾ ਕੇ ਜਦੋਂ ਗੁਰੂ ਦੇ ਸਨਮੁਖ ਹੁੰਦਾ ਹੈ, ਜਿਹਦਾ ਮੁਖ ਗੁਰੂ ਵੱਲੇ ਹੋ ਜਾਵੇ, ਇਹ ਤੋਂ ਬਾਅਦ ਫਿਰ ਜਿਹੜਾ ਹੈ ਗੁਰਮੁਖਤਾਈ ਵਾਲੀ ਅਵਸਥਾ ਜਿਹੜੀ ਹੈ ਮਨੁੱਖ ਦੇ ਅੰਦਰ ਆਉਂਦੀ ਹੈ। ਸਿੱਖ, ਗੁਰਸਿੱਖ, ਸਨਮੁਖ, ਗੁਰਮੁਖ, ਚੌਥੀ ਅਵਸਥਾ, ਸਹਿਜ ਅਵਸਥਾ ਵੀ ਕਿਹਾ ਹੈ। ਇਸ ਅਵਸਥਾ ਵਿੱਚ ਆ ਕੇ ਦੁਨੀਆ ਦੇ ਜਿਤਨੇ ਵੀ ਫੁਰਨੇ ਨੇ, ਇੱਛਾਵਾਂ ਨੇ, ਮਨੁੱਖ ਦੀਆਂ ਸਾਰੀਆਂ ਖਤਮ ਹੋ ਜਾਂਦੀਆਂ ਨੇ। ਰਹਿੰਦਾ ਦੁਨੀਆ 'ਚ ਹੀ ਹੈ, ਪਰ ਇੰਜ ਰਹਿੰਦਾ ਜਿਵੇਂ ਚਿੱਕੜ ਦੇ ਵਿੱਚ ਕਮਲ ਖਿੜਿਆ ਹੋਵੇ। ਇਹ ਲਾਈਫ ਹੀ ਅਲੱਗ ਹੁੰਦੀ ਹੈ। ਇਹ ਜ਼ਿੰਦਗੀ ਬੜੀ ਕਹਿ ਲਓ ਕਿ ਆਨੰਦਮਈ ਹੁੰਦੀ ਹੈ। ਦੁੱਖ ਆਉਂਦਾ ਪਰ ਦੁੱਖ ਪ੍ਰਭਾਵ ਨਹੀਂ ਪਾ ਪਾਉਂਦਾ, ਸੁੱਖ ਆਉਂਦਾ ਸੁੱਖ ਦਾ ਪ੍ਰਭਾਵ ਨਹੀਂ ਪੈਂਦਾ। ਐ ਮਨੁੱਖ ਆਨੰਦ ਵਿੱਚ ਰਹਿੰਦਾ। ਬੇਗਮਪੁਰਾ ਸ਼ਹਿਰ ਕੋ ਨਾਉ, ਜਿਸ ਅਵਸਥਾ ਦਾ ਬਿਆਨ ਗੁਰੂ ਸਾਹਿਬ ਜੀ ਨੇ ਕੀਤਾ ਹੈ। ਕੋਈ ਗਮ ਨਹੀਂ ਇਸ ਅਵਸਥਾ ਵਿੱਚ ਆ ਕੇ। ਤੇ ਇਹੋ ਹੀ ਕਾਰਨ ਹੈ ਗੁਰੂ ਕੇ ਸਿੱਖਾਂ ਦਾ ਜੀਵਨ ਜਦੋਂ ਬਚੋਗੇ ਤੇ ਉਹ ਭਾਵੇਂ ਗੁਰੂ ਸਾਹਿਬ ਜੀ ਦੇ ਸਨਮੁਖ ਰਹਿ ਕੇ ਸੇਵਾ ਕਮਾਉਂਦੇ ਹੋਣ, ਤੇ ਭਾਵੇਂ ਆਰਿਆਂ ਦੇ ਥੱਲੇ ਖੜੇ ਹੋ ਕੇ ਜਪਜੀ ਸਾਹਿਬ ਦਾ ਜਾਪ ਕਰ ਰਹੇ ਹੋਣ, ਅਵਸਥਾ ਸੇਮ ਉਦਾਂ ਦੀ ਉਹਨਾਂ ਦੀ। ਨਾ ਸੁੱਖ ਪ੍ਰਭਾਵ ਪਾਉਂਦਾ ਹੈ, ਨਾ ਦੁੱਖ ਪ੍ਰਭਾਵ ਪਾਉਂਦਾ ਹੈ। ਇਸ ਕਰਕੇ ਇਹ ਅਖੰਡ ਸਮਾਧੀ ਜਿਹੜੀ ਹੈ, ਇਸ ਅਵਸਥਾ ਤੱਕ ਕੋਈ ਵਿਰਲਾ ਪਹੁੰਚਦਾ ਹੈ, ਸਾਰੇ ਨਹੀਂ। ਤੇ ਜੋ ਮੈਂ ਪੜਾਅ ਦੱਸੇ ਨੇ ਰੱਬੀ ਬਾਣੀ ਦੇ ਵਿੱਚੋਂ ਹੀ, ਕਿ ਪਹਿਲਾਂ ਸਿੱਖ ਹੈ ਫਿਰ ਗੁਰਸਿੱਖ ਹੈ। ਸਿੱਖੀ ਕਮਾਓ, ਗੁਰਸਿੱਖ ਹੋ ਜਾਓਗੇ। ਗੁਰਸਿੱਖ ਤੋਂ ਬਾਅਦ ਫਿਰ ਗੁਰੂ ਦੀ ਨੇੜਤਾ ਮਿਲ ਜਾਂਦੀ ਹੈ, ਸਨਮੁਖ। ਤੇ ਸਨਮੁਖ ਜਦੋਂ ਹੋਏਗਾ, ਫਿਰ ਮਨੁੱਖ ਹੌਲੀ ਹੌਲੀ ਗੁਰਮੁਖਤਾਈ ਵਾਲੀ ਅਵਸਥਾ ਤੇ ਪਹੁੰਚਦਾ ਹੈ। ਇਸ ਲਈ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਜੋ ਰਹਿਮਤਾਂ ਕੀਤੀਆਂ ਨੇ ਨਾ 70 ਸਾਲ ਦੀ ਆਪਣੀ ਆਰਬਲਾ ਦੇ ਵਿੱਚ, 1469 ਈਸਵੀ ਤੋਂ ਲੈ ਕੇ 1539 ਈਸਵੀ ਤੱਕ ਬੇਅੰਤ ਬਖਸ਼ਿਸ਼ਾਂ। 19 ਰਾਗਾਂ ਵਿੱਚ ਬਾਣੀ ਅਸੀਂ ਪੜ੍ਹਦੇ ਹਾਂ ਮਾਲਕ ਦੀ। ਤੇ ਜੋ ਸਤਿਗੁਰੂ ਜੀ ਨੇ ਰਹਿਮਤਾਂ ਕਰ ਦਿੱਤੀਆਂ ਨੇ, ਉਹ ਅੱਜ ਤੱਕ ਕਿਸੇ ਹੋਰ ਰਹਿਬਰ ਨੇ ਕੀਤੀਆਂ ਹੀ ਨਹੀਂ। ਕਿਉਂਕਿ ਗੁਰੂ ਨਾਨਕ ਦਾ ਸਿਧਾਂਤ ਇਤਨਾ ਪਿਆਰਾ ਹੈ ਕਿ ਸਾਰਿਆਂ ਨੂੰ ਮਾਲਕ ਨੇ ਗੱਲ ਵਕੜੀ ਪਾਈ ਹੈ। ਕਿਸੇ ਨਾਲ ਕੋਈ ਵਿਤਕਰਾ ਨਹੀਂ, ਕੋਈ ਨਫ਼ਰਤ ਨਹੀਂ। ਇੱਥੇ ਹਿੰਦੂ ਆ ਜਾਏ, ਮੁਸਲਮਾਨ ਆ ਜਾਵੇ, ਈਸਾਈ, ਜੈਨੀ, ਬੋਧੀ, ਕਿਸੇ ਵੀ ਕਿੱਤੇ ਵਿੱਚੋਂ, ਕਿਸੇ ਵੀ ਧਰਮ ਵਿੱਚੋਂ ਆ ਜਾਵੇ, ਮਾਲਕ ਕਹਿੰਦੇ ਤੂੰ ਆ ਕੇ ਸ਼ਰਧਾ ਨਾਲ ਬੈਠ, ਰਹਿਮਤਾਂ ਤੇਰੇ ਤੇ ਵੀ ਹੋਣਗੀਆਂ। ਇਸ ਕਰਕੇ ਲੱਗੀ ਸਮਾਧ ਅਖੰਡ ਸਰੂਪਾ, ਜਿਹ ਤੇ ਜਾਣੇ ਆਨੰਦ ਅਨੂਪਾ। ਐ ਪ੍ਰਤੀਤ ਹੋ ਰਿਹਾ ਕਿ ਬੜੇ ਕਹਿ ਲਓ ਕਿ ਆਨੰਦਮਈ ਅਵਸਥਾ ਵਿੱਚ ਸਤਿਗੁਰੂ ਜੀ ਵਿਰਾਜਮਾਨ ਹਨ। ਸਗਰੇ ਅੰਗ, ਜਿਤਨੇ ਵੀ ਅੰਗ ਨੇ ਨਾ, ਭਾਵੇਂ ਸਰੀਰ ਸੰਪੂਰਨ ਕਹਿ ਲਓ ਕਿ ਅਡੋਲ ਹੋ ਜਾਂਦਾ ਹੈ। ਸੌਖਿਆ ਜੇ ਆਪਾਂ ਇਸ ਅਵਸਥਾ ਨੂੰ ਸਮਝਣਾ ਹੋਵੇ, ਡਾਕਟਰ ਕਿਸੇ ਸਾਡੇ ਪਾਰਟ ਦਾ ਆਪਰੇਸ਼ਨ ਕਰਦਾ ਹੈ ਨਾ, ਆਪਰੇਸ਼ਨ ਕਰਨ ਤੋਂ ਪਹਿਲਾਂ ਉਸ ਜਗ੍ਹਾ ਨੂੰ ਸੁੰਨ ਕਰਦਾ ਹੈ। ਤੇ ਜਿਤਨੀ ਜਗ੍ਹਾ ਸੁੰਨ ਹੁੰਦੀ ਹੈ, ਉਹਨੂੰ ਭਾਵੇਂ ਵੱਡੇ ਟੁੱਕੇ ਕੁਝ ਵੀ ਕਰੇ, ਸਾਨੂੰ ਕੋਈ ਫਰਕ ਨਹੀਂ ਪੈਂਦਾ।
ਹਾਂ ਜੇਕਰ ਕੋਈ ਏਦਾਂ ਵਾਰ ਕਰਦਾ ਦਰਦ ਹੋਏਗਾ, ਪਰ ਜਿੱਥੇ ਸੁੰਨ ਹੈ ਉੱਥੇ ਜਿਹੜਾ ਕੁਝ ਵੀ ਕਰਦੇ ਰਹੋ ਕੁਝ ਨਹੀਂ ਹੋਏਗਾ। ਇਹ ਅਵਸਥਾ ਇਦਾਂ ਦੀ ਹੈ ਕਿ ਜਦੋਂ ਮਨੁੱਖ ਦੇ ਅੰਦਰ ਆ ਜਾਂਦੀ ਹੈ ਤੇ ਉਦੋਂ ਫਿਰ ਦੁੱਖ ਸੁੱਖ ਤੋਂ, ਖੁਸ਼ੀ ਗਮੀ ਤੋਂ, ਉਸਤਤ ਨਿੰਦਿਆ ਤੋਂ ਆਦਿਕ ਜਿਹੜਾ ਹੈ ਸੋਨੇ ਜਾਂ ਮਿੱਟੀ, ਇਹਦੇ ਵਿੱਚ ਉਹਦੇ ਅੰਦਰ ਕੋਈ ਫਰਕ ਨਹੀਂ ਰਹਿ ਜਾਂਦਾ। ਉਹ ਸੋਨੇ ਨੂੰ ਵੀ ਮਿੱਟੀ ਸਮਝਦਾ ਹੈ ਤੇ ਮਿੱਟੀ ਨੂੰ ਵੀ ਸੋਨਾ, ਭਾਵ ਇੱਕੋ ਹੀ ਬਰਾਬਰ ਉਹਦੀ ਦ੍ਰਿਸ਼ਟੀ ਹੁੰਦੀ ਹੈ। ਇਸ ਲਈ ਮਾਲਕ ਨੇ ਜਿਹੜਾ ਹੈ ਆਪਣੇ ਸਰੀਰ ਨੂੰ ਰਤਾ ਭਰ ਵੀ ਹਿਲਾਇਆ ਨਹੀਂ, ਅਡੋਲ ਬੈਠੇ ਰਹੇ ਨੇ। ਤੇ ਇਦਾਂ ਕਰਦਿਆਂ 8 ਘੜੀਆਂ ਜਿਹੜੀਆਂ ਨੇ ਉਹ ਬਤੀਤ ਹੋਈਆਂ ਹਨ। ਦੋਨੇ ਫਿਰ ਨੈਣ ਨੇਤਰ ਸਤਿਗੁਰੂ ਜੀ ਦੇ ਖੁੱਲੇ ਨੇ ਤੇ ਬੰਧਨਾਂ ਨੂੰ ਨਾਸ਼ ਕਰਨ ਵਾਲੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਖੁਸ਼ ਹੋ ਕੇ ਬੋਲੇ ਹਨ, ਕਹਿਣ ਲੱਗੇ ਅੱਜ ਸਾਡਾ ਨਾ ਸਮਾਂ ਆ ਗਿਆ ਹੈ ਸਮਾਉਣ ਦਾ। ਅਸੀਂ ਅੱਜ ਜੋਤੀ ਜੋਤ ਸਮਾਉਣਾ ਹੈ। ਜਾਓ ਜਾ ਕੇ ਕੁਝ ਵਸਤੂਆਂ ਲੈ ਕੇ ਆਓ। ਇੱਥੇ ਫੁੱਲ, ਕਪੂਰ, ਚੰਦਨ, ਦੱਬ ਆਦਿਕ ਚੰਗਾ ਖੂਬਸੂਰਤ ਕਹਿ ਲੋ ਕਿ ਖੁਸ਼ਬੂਦਾਰ ਗੁਲਾਬ, ਇਹ ਚੀਜ਼ਾਂ ਜਾ ਕੇ ਤੁਸੀਂ ਲਿਆਉਣੀਆਂ ਕਰੋ। ਇਹ ਇੰਨਾ ਕੁਝ ਤੁਸੀਂ ਜਿਹੜਾ ਲੈ ਕੇ ਆਓ। ਤੇ ਇੱਕ ਗੱਲ ਚੇਤੇ ਰੱਖਣੀ, ਸਾਰਿਆਂ ਨੇ ਖੁਸ਼ ਹੀ ਰਹਿਣਾ ਹੈ। ਇਹ ਨਹੀਂ ਕਿ ਅਸਲ ਦੇ ਵਿੱਚ ਸਾਡੇ ਜਾਣ ਤੋਂ ਬਾਅਦ ਤੁਸੀਂ ਵਿਰਲਾਪ ਕਰਦੇ ਰਹੋ। ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਸਿੱਖਿਆ ਦਿੱਤੀ ਹੈ ਉੱਥੇ ਅਸਲ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਦੀ ਸਿੱਖਿਆ ਅਸੀਂ ਪੜ੍ਹਦੇ ਹਾਂ ਸਤਿਬਾਣੀ ਦੇ ਅੰਦਰ ਸਪਸ਼ਟ ਤੌਰ ਤੇ ਮਾਲਕ ਨੇ ਸਮਝਾਇਆ ਹੈ ਕਿ ਮਤ ਮੈਂ ਪਿੱਛੇ ਕੋਈ ਰੋਵਸੀ ਸੋ ਮੈਂ ਮੁੱਲ ਨਾ ਪਾਇਆ। ਮਤਾਂ ਕਿਤੇ ਕੋਈ ਮੇਰੇ ਪਿੱਛੇ ਰੋਂਦਾ ਫਿਰੇ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗੇਗਾ। ਤੇ ਇਹ ਸਿੱਖਿਆ ਜਿਹੜੀ ਹੈ ਹਰ ਇੱਕ ਨੂੰ ਮਾਲਕ ਨੇ ਦਿੱਤੀ ਹੈ। ਪ੍ਰਾਣੀ ਕੋਈ ਚੜ੍ਹਾਈ ਕਰਦਾ, ਕੋਈ ਦੁੱਖ ਆ ਜਾਂਦਾ, ਕੋਈ ਤਕਲੀਫ ਆ ਜਾਂਦੀ ਹੈ ਤੇ ਮਨੁੱਖ ਆਪਣੇ ਦੁੱਖ ਤਕਲੀਫਾਂ ਨੂੰ ਲੈ ਕੇ ਤੇ ਰੋਣ ਕੁਰਲਾਉਣ ਲੱਗ ਪੈਂਦਾ ਹੈ। ਕੋਈ ਸ਼ੈ ਜੁਦਾ ਹੁੰਦੀ ਹੈ, ਉਹਨੂੰ ਉਸ ਜੁਦਾਈ ਨੂੰ ਬਰਦਾਸ਼ਤ ਨਾ ਕਰਕੇ ਵਿਛੋੜੇ ਦਾ ਦਰਦ ਉਹਦੀਆਂ ਅੱਖਾਂ ਦੇ ਰਾਹੀਂ ਹੰਝੂ ਬਣ ਕੇ ਬਾਹਰ ਆਉਂਦਾ ਹੈ। ਪਰ ਸਤਿਗੁਰੂ ਜੀ ਕਹਿੰਦੇ ਏਦਾਂ ਹੋਣਾ ਨਹੀਂ ਚਾਹੀਦਾ, ਕਿਉਂਕਿ ਸੰਸਾਰ ਦੀ ਹਾਲਤ ਸਤਿਗੁਰੂ ਜੀ ਨੇ ਬਿਆਨ ਕੀਤੀ ਆਪਣੇ ਪਾਵਨ ਬਚਨਾਂ ਰਾਹੀਂ। ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿਤ ਨ ਰਹਿਓ ਕੋਈ, ਭਾਈ ਬੰਦੀ ਹੇਤ ਚਲਾਇਆ, ਦੁਨੀਆ ਕਾਰਨ ਦੀਨ ਗਵਾਇਆ, ਹੈ ਕਰਕੇ ਓਏ ਕਰੇਨ, ਗੱਲਾਂ ਪਿੱਟਣ ਸਿਰ ਖੋਹੇਨ। ਸਤਿਗੁਰੂ ਜੀ ਕਹਿੰਦੇ ਇਹ ਹਾਲਤ ਹੁੰਦੀ ਹੈ ਜਦੋਂ ਪੁਰਾਣੀ ਚੜ੍ਹਾਈ ਕਰਦਾ ਹੈ, ਆਪਣੇ ਕੇਸ ਖਿਲਾਰ ਲੈਂਦੇ ਨੇ, ਸਿਆਪਾ ਹੁੰਦਾ ਹੈ, ਆਪਣੇ ਅੰਗਾਂ ਨੂੰ ਪਿੱਟਦੇ ਨੇ ਆਦਿਕ ਇਹੋ ਜਿਹਾ ਕਹਿ ਲੋ ਕਿ ਵਿਰਲਾਪ, ਸਿਆਪਾ, ਰੋਣਾ ਪਿੱਟਣਾ ਇਹ ਕੁਝ ਵੀ ਨਹੀਂ ਕਰਨਾ। ਗੁਰਮਤਿ ਦੇ ਵਿੱਚ ਮਾਲਕ ਜੀ ਕਹਿੰਦੇ ਇਹ ਪ੍ਰਵਾਨ ਨਹੀਂ। ਸਤਿਗੁਰੂ ਜੀ ਕਹਿੰਦੇ ਅਸੀਂ ਜਾਣਾ ਹੈ ਤੇ ਸਾਡੇ ਪਿੱਛੋਂ ਸਾਰੇ ਖੁਸ਼ ਰਹੋ, ਉਹਦੀ ਰਜ਼ਾ ਦੇ ਵਿੱਚ ਚੱਲਿਓ, ਕਿਸੇ ਨੇ ਵੀ ਗਮ ਨਹੀਂ ਕਰਨਾ, ਸ਼ੋਕ ਨਹੀਂ ਕਰਨਾ। ਹੁਣ ਅਸਲ ਦੇ ਵਿੱਚ ਜਿਨ੍ਹਾਂ ਦਾ ਪਿਆਰ ਹੈ ਗੁਰੂ ਦੇ ਨਾਲ, ਜਦੋਂ ਇਹ ਗੱਲ ਸੁਣੀ ਹੈ ਇੱਕਦਮ ਕਹਿ ਲੋ ਕਿ ਅੱਖਾਂ ਦੇ ਵਿੱਚੋਂ ਸਾਰਿਆਂ ਦੇ ਪਾਣੀ ਵਹਿਣ ਲੱਗ ਪਿਆ, ਭਾਵ ਹੰਝੂ ਆ ਗਏ ਨੇ ਸਾਰਿਆਂ ਦੇ। ਸਤਿਗੁਰੂ ਜੀ ਨੇ ਸਮਝਾਇਆ ਵੀ ਸੀ ਤੇ ਮਾਲਕ ਜੀ ਕਹਿਣ ਲੱਗੇ ਤੁਸੀਂ ਧੋਣੇ ਵਿਰਲਾਪ ਕਰਨ ਲੱਗ ਪਏ। ਤੇ ਸਿੱਖ ਕਹਿਣ ਲੱਗੇ ਸਤਿਗੁਰੂ ਜੀ ਤੁਹਾਡੇ ਤੋਂ ਜੁਦਾ ਹੋ ਕੇ ਕਿਵੇਂ ਰਿਹਾ ਜਾਏਗਾ। ਜਿਨ੍ਹਾਂ ਦੀ ਪ੍ਰੀਤ ਜੁੜੀ ਹੋਈ ਹੈ, ਪਿਆਰ ਪਿਆ ਜਿਨ੍ਹਾਂ ਦਾ। ਸੋ ਇਸ ਲਈ ਜਦੋਂ ਸਿੱਖਾਂ ਨੇ ਇਹ ਬਚਨ ਸੁਣੇ ਨੇ ਗੁਰੂ ਨਾਨਕ ਸਾਹਿਬ ਜੀ ਦੇ, ਅੱਖਾਂ ਵਿੱਚ ਜਲ ਭਰ ਆਇਆ ਹੈ। ਸਾਰੇ ਨਗਰ ਦੇ ਵਿੱਚ ਆਲੇ ਦੁਆਲੇ ਰੌਲਾ ਪੈ ਗਿਆ ਜੀ ਕਿ ਸਤਿਗੁਰੂ ਜੀ ਕਹਿਣ ਲੱਗੇ ਮਾਲਕ ਨੇ ਹੁਕਮ ਕੀਤਾ ਹੈ ਕਿ ਅਸੀਂ ਹੁਣ ਜਾਣਾ ਹੈ। ਰੌਲਾ ਪੈ ਗਿਆ।
ਲੋਕ ਜਿੱਥੇ ਕਿੱਥੇ ਵੀ ਸਨ, ਜਿਨ੍ਹਾਂ ਦੇ ਕੰਨਾਂ ਵਿੱਚ ਇਹ ਗੱਲ ਪਈ ਹੈ, ਪ੍ਰੇਮੀ ਜਿਹੜੇ ਨੇ, ਪਿਆਰ ਕਰਨ ਵਾਲੇ, ਉਹ ਸਾਰੇ ਵਿਰਲਾਪ ਕਰਨ ਲੱਗ ਪਏ ਕਿ ਮਾਲਕ ਜੀ ਹੁਣ ਸਾਡੇ ਵਿੱਚ ਨਹੀਂ ਰਹਿਣਗੇ, ਚੱਲੇ ਨੇ। ਵਿਛੋੜੇ ਦੇ ਦਰਦ ਵਿੱਚ ਰੋਂਦੇ ਹਨ। ਇਸ ਪ੍ਰਕਾਰ ਅਸੂ ਵਧੀ ਸਤਵੀਂ ਦੀ ਰਾਤ ਨੂੰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਇਸ ਸੰਸਾਰ ਤੋਂ ਜਾਣ ਦੀ ਵਿਧੀ ਜਿਹੜਾ ਹੈ ਉਹ ਬਣਾ ਰਹੇ ਹਨ। ਸਾਰੇ ਨਗਰ ਦੇ ਵਿੱਚ ਇਹ ਗੱਲ ਜਿਹੜੀ ਹੈ ਕਹਿ ਲੋ ਪ੍ਰਗਟ ਹੋ ਗਈ ਹੈ ਤੇ ਬਹੁਤ ਲੋਕਾਂ ਦੇ ਕੰਨਾਂ ਵਿੱਚ ਇਹ ਗੱਲ ਪਈ ਹੈ। ਸਾਰੇ ਆ ਰਹੇ ਨੇ ਦੌੜ ਦੌੜ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਜਨਮਾਂ ਦੇ ਫਲ ਪ੍ਰਾਪਤ ਕਰ ਰਹੇ ਸਨ। ਕਈ ਜਿਹੜੇ ਨੇ ਆਪਣੇ ਘੋੜਿਆਂ ਤੇ ਸਵਾਰ ਹੋ ਕੇ ਛੇਤੀ ਤੋਂ ਛੇਤੀ ਪਹੁੰਚ ਰਹੇ ਨੇ, ਸਤਿਗੁਰੂ ਜੀ ਦੇ ਸਨਮੁਖ ਆ ਕੇ ਦੀਦਾਰ ਕਰ ਰਹੇ ਹਨ। ਚਾਰ ਵਰਨ ਨੇ ਇਸ ਭਾਰਤ ਵਰਸ਼ ਦੇ ਵਿੱਚ ਜੋ ਵੰਡੇ ਗਏ ਨੇ ਇਹਨਾਂ ਵੱਲੋਂ, ਇਹ ਚਾਰੇ ਵਰਨ ਵੀ ਆ ਗਏ ਨੇ, ਭਾਵ ਜਿਨ੍ਹਾਂ ਨੂੰ ਲੋਕ ਬ੍ਰਾਹਮਣ, ਛਤਰੀ, ਵੈਸ਼, ਸ਼ੂਦਰ, ਇਹ ਲੋਕਾਂ ਦੀ ਪਰਿਭਾਸ਼ਾ ਸਾਡੀ ਨਹੀਂ, ਹਰ ਇੱਕ ਸ਼੍ਰੇਣੀ ਦਾ ਹੈ। ਮੁਸਲਮਾਨ ਵੀ ਹੈ। ਚਾਰ ਵਰਨ ਹਿੰਦੂ ਅਰ ਤੁਰਕਾ, ਆਵੇ ਚਲੇ ਕਰਤ ਜਸ ਗੁਰ ਕਾ। ਸਾਰੇ ਆ ਰਹੇ ਨੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਜਸ ਗਾਇਨ ਕਰ ਰਹੇ ਹਨ। ਇਸ ਪ੍ਰਕਾਰ ਸਾਰੇ ਦੌੜ ਦੌੜ ਕੇ ਆ ਰਹੇ ਨੇ, ਭਾਵੇਂ ਕੋਈ ਮਨੁੱਖ ਹੈ, ਇਸਤਰੀ ਹੈ, ਸਾਰੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਦਰਸ਼ਨ ਕਰਨ ਲਈ ਆ ਰਹੇ ਹਨ। ਇੱਕ ਵਾਰ ਇਹ ਦੁਰਲਭ ਦਰਸ਼ਨ ਹੋ ਜਾਣ, ਜਿਨ੍ਹਾਂ ਦੇ ਨਾਲ ਸਤਿਗੁਰੂ ਜੀ ਦੇ ਪਾਵਨ ਦੀਦਾਰਾਂ ਦੇ ਨਾਲ ਕਰੋੜਾਂ ਪਾਪ ਜਿਹੜੇ ਨੇ ਉਹ ਮਿਟ ਜਾਂਦੇ ਨੇ, ਤੇ ਲੋਕਾਂ ਦਾ ਯਤਨ ਹੈ ਕਿ ਅਸੀਂ ਜਿਹੜਾ ਹੈ ਛੇਤੀ ਤੋਂ ਛੇਤੀ ਦਰਸ਼ਨ ਕਰੀਏ। ਜਿੱਥੇ ਜਿੱਥੇ ਵੀ ਖਬਰ ਮਿਲੀ ਹੈ, ਪਹੁੰਚੀ ਹੈ ਖਬਰ, ਸਾਰੇ ਆਪੋ ਆਪਣਾ ਕਾਜ ਵਿਸਾਰ ਚਲੇ ਸਭ ਕੋਈ, ਆਪੋ ਆਪਣਾ ਕੰਮ ਛੱਡ ਕੇ ਹਰ ਕੋਈ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ ਤੁਰਿਆ ਆ ਰਿਹਾ ਹੈ। ਭਾਵੇਂ ਕੋਈ ਬ੍ਰਹਮਚਾਰੀ, ਜੋਗੀ, ਜਤੀ, ਤਪੀ, ਬਾਣਪ੍ਰਸਤੀ ਆਦਿਕ ਜੋ ਵੀ ਸੀ, ਜਿਹਨੂੰ ਵੀ ਖਬਰ ਮਿਲੀ ਹੈ, ਸੁਨੇਹਾ ਪਹੁੰਚਿਆ ਹੈ, ਸਾਰੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆ ਰਹੇ ਹਨ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੰਸਾਰਕ ਰੋਗਾਂ ਨੂੰ ਨਾਸ਼ ਕਰਨ ਵਾਲੇ ਧਰਮਸ਼ਾਲ ਦੇ ਵਿੱਚ ਬੈਠੇ ਨੇ, ਬਿਰਾਜਮਾਨ ਸਨ। ਬਹੁਤ ਵੱਡੀ ਭੀੜ ਜਿਹੜੀ ਹੈ ਕਹਿ ਲੋ ਕਿ ਇਕੱਤਰਤਾ ਹੋ ਗਈ, ਉੱਥੇ ਸੰਗਤ ਆ ਗਈ, ਬਹੁਤ ਵੱਡਾ ਇਕੱਠ ਹੋ ਗਿਆ ਹੈ ਕਰਤਾਰਪੁਰ ਸਾਹਿਬ ਧਰਮਸ਼ਾਲ ਦੇ ਵਿੱਚ, ਤੇ ਹਰ ਕੋਈ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਇਸ ਪ੍ਰਕਾਰ ਉਚਾਰਨ ਕਰ ਰਿਹਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਿਹਰੇ ਤੇ ਐ ਲਾਲੀ ਆਈ ਹੋਈ ਹੈ, ਗਦ ਗਦ ਕਰ ਰਿਹਾ ਚਿਹਰਾ, ਜਿਵੇਂ ਸੂਰਜ ਦੇ ਚੜ੍ਹਨ ਸਮੇਂ ਲਾਲੀ ਬੜੀ ਕਹਿ ਲੋ ਕਿ ਮਨੋਹਰ ਸ਼ੋਭਦੀ ਹੈ ਨਾ। ਕਵੀ ਜੀ ਕਹਿਣ ਲੱਗੇ ਉਸ ਪ੍ਰਕਾਰ ਸਤਿਗੁਰੂ ਜੀ ਦਾ ਚਿਹਰਾ ਜਗਮਗਾ ਰਿਹਾ ਸੀ। ਸਿੱਖ ਸੇਵਕ ਸਾਰੇ ਜਿਹੜੇ ਨੇ ਨਾ ਗੁਰੂ ਸਾਹਿਬ ਜੀ ਦੇ ਚਾਰੇ ਪਾਸੇ ਖੜੇ ਨੇ, ਮਾਲਕ ਜੀ ਬਿਰਾਜਮਾਨ ਨੇ ਵਿੱਚ।
ਤੇ ਸਤਿਗੁਰੂ ਜੀ ਦਾ ਕਮਲ ਰੂਪੀ ਕਹਿ ਲੋ ਪਾਵਨ ਮੁਖ ਜਿਹੜਾ ਹੈ, ਉਹਨਾਂ ਦਾ ਆਧਾਰ ਸੀ, ਆਸਰਾ ਸੀ ਸਿੱਖਾਂ ਨੂੰ। ਸਾਰੇ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੇ ਹਨ। ਬੇਮੁਖਤਾ ਰੂਪੀ ਜਿਹੜੀ ਰਾਤ ਮੰਨੋ ਕਿ ਖਤਮ ਹੋ ਗਈ ਸੀ। ਇਹ ਤਾਰਿਆਂ ਰੂਪੀ ਪਾਪ ਜਿਹੜੇ ਸਨ ਕਹਿ ਲੋ ਕਿ ਉਹ ਅਲੋਪ ਹੋ ਗਏ ਸਨ। ਇਸ ਤਰ੍ਹਾਂ ਬਾਹਰ ਖੜੇ ਲੋਕ ਕਹਿ ਰਹੇ ਸਨ। ਤੇ ਹੁਣ ਜਿਵੇਂ ਮੰਨ ਲਓ ਘਰ ਦੇ ਵਿੱਚ ਗੱਲਬਾਤ ਜੋ ਹੋਈ ਹੈ, ਉਸ ਬਾਰੇ ਵੀ ਸਰਵਣ ਕਰੋ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇੱਕ ਰਸ ਸ਼ਾਂਤ ਧੀਰਜ ਦੇ ਵਿੱਚ ਬੈਠੇ ਹੋਏ ਨੇ। ਤੇ ਜਿਤਨੇ ਵੀ ਸਿੱਖ ਸੇਵਕ ਸਨ, ਬੜਾ ਬੈਰਾਗਮਈ ਕਹਿ ਲੋ ਕਿ ਹਰ ਇੱਕ ਦਾ ਸਰੀਰ ਸੀ। ਹੰਝੂ ਵਗ ਰਹੇ ਸਨ ਅੱਖਾਂ ਦੇ ਵਿੱਚੋਂ ਸਾਰਿਆਂ ਦੇ। ਕਿਉਂ? ਅੱਜ ਸਤਿਗੁਰੂ ਜੀ ਨੇ ਜੋਤੀ ਜੋਤ ਸਮਾਉਣਾ ਹੈ। ਤੇ ਵੈਰਾਗਤਾ ਦੇ ਵਿੱਚ ਸਾਰਿਆਂ ਦਾ ਸਰੀਰ ਸੀ। ਉਸ ਸਮੇਂ ਫਿਰ ਕਿਰਪਾ ਦੇ ਖਜ਼ਾਨੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਇੱਕ ਸੇਵਕ ਨੂੰ ਬੁਲਾਇਆ, ਜਿਹਦਾ ਨਾਮ ਸਧਾਰਨ ਹੈ। ਇਹ ਪਸ਼ੂਆਂ ਨੂੰ ਸੰਭਾਲਦਾ ਹੁੰਦਾ ਸੀ। ਧੰਨ ਗੁਰੂ ਨਾਨਕ ਸਾਹਿਬ ਜੀ ਕੋਲ ਰਹਿ ਕੇ ਇਹ ਸਧਾਰਨ ਜਿਹੜਾ ਹੈ ਪਸ਼ੂਆਂ ਦੀ ਸੇਵਾ ਸੰਭਾਲ ਕਰਦਾ ਹੁੰਦਾ ਸੀ। ਪਹਿਲਾਂ ਬਾਬਾ ਲਹਿਣਾ ਜੀ ਕਰਦੇ ਹੁੰਦੇ ਸਨ, ਤੇ ਜਦੋਂ ਗੁਰੂ ਦੀ ਬਖਸ਼ਿਸ਼ ਹੋ ਗਈ, ਉਸ ਤੋਂ ਬਾਅਦ ਸਤਿਗੁਰੂ ਜੀ ਨੇ ਹੁਕਮ ਕਰ ਦਿੱਤਾ ਕਿ ਜਾਓ ਤੁਸੀਂ ਖਡੂਰ ਸਾਹਿਬ ਚਲੇ ਜਾਓ। ਉਸ ਤੋਂ ਬਾਅਦ ਇਹ ਸਧਾਰਨ ਹੈ, ਇਹ ਸੇਵਾ ਕਰਨ ਲੱਗ ਪਿਆ। ਤੇ ਸਧਾਰਨ ਨੂੰ ਜਿਹੜਾ ਹੈ ਅਸਲ ਦੇ ਵਿੱਚ ਬੁਲਾਇਆ ਇਹ ਕੋਲ, ਤੇ ਮਾਲਕ ਜੀ ਕਹਿਣ ਲੱਗੇ, ਉਠੋ ਸਧਾਰਨ ਜਾਏ ਉਤਾਲੇ, ਛੇਤੀ ਦੇ ਨਾਲ ਘਰ ਜਾਓ। ਸ਼੍ਰੀ ਚੰਦ ਤੇ ਲਖਮੀ ਦਾਸ ਦੋਨੇ ਪੁੱਤਰਾਂ ਨੂੰ ਮੇਰੇ ਕੋਲ ਬੁਲਾ ਕੇ ਲੈ ਕੇ ਆਓ। ਆਗਿਆ ਸੁਣ ਕੇ ਸਤਿਗੁਰੂ ਜੀ ਦੀ ਬਾਬਾ ਸ਼੍ਰੀ ਚੰਦ ਜੀ ਕੋਲ, ਲਖਮੀ ਦਾਸ ਕੋਲ ਸਧਾਰਨ ਗਿਆ ਹੈ ਤੇ ਜਾ ਕੇ ਗੁਰੂ ਸਾਹਿਬ ਜੀ ਦਾ ਹੁਕਮ ਜਿਹੜਾ ਜੋ ਸੀ ਉਹ ਬੇਨਤੀ ਕੀਤੀ ਹੈ। ਹੱਥ ਜੋੜ ਕੇ ਸਧਾਰਨ ਕਹਿੰਦਾ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਅੱਜ ਸਮਾਉਣ ਦੀ ਤਿਆਰੀ ਹੈ, ਜੋਤੀ ਜੋਤ ਸਮਾਉਣਗੇ। ਇਸ ਲਈ ਤੁਹਾਡੇ ਪਿਤਾ ਜੀ ਤੁਹਾਨੂੰ ਬੁਲਾ ਰਹੇ ਹਨ। ਜਾਓ, ਆਓ ਮੇਰੇ ਨਾਲ ਚਲੋ, ਤੁਸੀਂ ਪਿਤਾ ਜੀ ਨੇ ਬੁਲਾਇਆ ਹੈ ਤੇ ਤੁਸੀਂ ਜਿਹੜਾ ਉਹਨਾਂ ਦੀ ਹਜ਼ੂਰੀ ਦੇ ਵਿੱਚ ਚੱਲਣਾ ਕਰੋ। ਭਾਈ ਸਧਾਰਨ ਦੇ ਬੋਲ ਜਿਹੜੇ ਸਨ ਉਹ ਪਾਣੀ ਦੇ ਵਾਂਗ ਸਨ, ਤੇ ਜਿਨ੍ਹਾਂ ਦਾ ਅਸਲ ਦੇ ਵਿੱਚ ਕਹਿ ਲੋ ਕਿ ਉਹਨਾਂ ਦੇ ਮੋਮ ਵਰਗੇ ਦਿਲਾਂ ਤੇ ਕੋਈ ਅਸਰ ਨਹੀਂ ਪਿਆ। ਮੋਮ ਦਾ ਇੱਕ ਸੁਭਾਅ ਹੁੰਦਾ ਹੈ, ਉੱਤੇ ਪਾਣੀ ਪਾਓ ਟਿਕਦਾ ਨਹੀਂ, ਤਿਲਕਦਾ ਹੈ, ਤੇ ਮੋਮ ਨੂੰ ਕੋਈ ਅਸਰ ਨਹੀਂ ਹੁੰਦਾ। ਉਸੇ ਪ੍ਰਕਾਰ ਸਧਾਰਨ ਜੀ ਨੇ ਜੋ ਬੇਨਤੀ ਕੀਤੀ ਸੀ ਗੁਰੂ ਨਾਨਕ ਸਾਹਿਬ ਜੀ ਦਾ ਹੁਕਮ ਲੈ ਕੇ, ਉਹਨਾਂ ਤੇ ਕੋਈ ਅਸਰ ਨਹੀਂ ਪਿਆ। ਕਹਿੰਦੇ ਅਸੀਂ ਨਹੀਂ ਜਾਣਾ। ਤੇ ਉਹਨਾਂ ਨੇ ਜੋ ਹੁਣ ਬੋਲ ਬੋਲੇ ਹਨ, ਜਿਨ੍ਹਾਂ ਦੇ ਹਿਰਦੇ ਵਿੱਚ ਭਾਰੀ ਅਸ਼ਰਧਾ ਸੀ, ਗੁੱਸੇ ਵੀ ਸਨ। ਇੱਕ ਸਿੱਖ ਨੂੰ ਤੁਸੀਂ ਗੱਦੀ ਦੇ ਦਿੱਤੀ। ਤੇ ਇਸ ਪ੍ਰਕਾਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸੁਪੁੱਤਰ ਬੋਲੇ ਹਨ, ਅਚਾਨਕ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ?
ਹੁਣੇ ਤੇ ਜਿਹੜਾ ਹੈ ਕਹਿ ਲੋ ਕਿ ਸੁੱਖ ਆਨੰਦ ਦੇ ਵਿੱਚ ਬੈਠੇ ਸਨ। ਇੰਜ ਕਿਵੇਂ ਹੋ ਸਕਦਾ ਹੈ? ਸਰੀਰ ਨੂੰ ਕੋਈ ਗੱਲਬਾਤ ਨਹੀਂ, ਕੋਈ ਕੁਝ ਨਹੀਂ, ਪਰ ਗੁਰੂ ਦੀਆਂ ਤੇ ਗੁਰੂ ਜਾਣਦਾ ਹੈ ਨਾ। ਤੇ ਆਮ ਇਨਸਾਨ ਜੇਕਰ ਏਦਾਂ ਬੋਲੇ ਕੋਈ, ਇਹ ਕਿਵੇਂ ਹੋ ਸਕਦਾ? ਜਾਂ ਤੇ ਉਹ ਉਸ ਲੈਵਲ ਦਾ ਹੋਵੇ, ਉਸ ਅਵਸਥਾ ਤੇ ਪਹੁੰਚਿਆ ਹੋਵੇ, ਤੇ ਫਿਰ ਕੋਈ ਤਰਕ ਕਰੇ ਤੇ ਮੰਨਿਆ ਜਾ ਸਕਦਾ ਹੈ ਕਿ ਠੀਕ ਹੈ ਭਾਈ। ਨਾ ਇਹਨਾਂ ਕੋਈ ਜਪ ਤਪ ਹੈ, ਨਾ ਕੋਈ ਸੇਵਾ ਹੈ ਸਾਡੇ ਕੋਲ, ਤੇ ਜਦੋਂ ਇਹੋ ਜਿਹੀ ਕੋਈ ਗੱਲਬਾਤ ਹੁੰਦੀ ਹੈ, ਘਟਨਾ ਸਾਹਮਣੇ ਆਉਂਦੀ ਹੈ ਇਹੋ ਜਿਹੀ, ਤੇ ਫਿਰ ਇੱਕੋ ਹੀ ਗੱਲ ਨਿਕਲਦੀ ਹੈ, ਕਿਵੇਂ ਹੋ ਸਕਦਾ? ਮੈਂ ਤੇ ਇਦਾਂ ਸਮਝਦਾ ਹਾਂ ਕਿ ਅਸੀਂ ਇਸ ਚੀਜ਼ ਦੇ ਅਜੇ ਲਾਇਕ ਹੀ ਨਹੀਂ ਹੈਗੇ ਕਿ ਅਸੀਂ ਇਹ ਕਹਿ ਸਕੀਏ ਕਿ ਇਹ ਕਿਵੇਂ ਹੋ ਸਕਦਾ। ਪਹੁੰਚੇ ਨਹੀਂ ਅਸੀਂ ਉੱਥੇ ਅਜੇ। ਬਹੁਤ ਵੱਡੀ ਅਵਸਥਾ ਹੈ। ਹੁਣ ਇਹ ਕਹਿੰਦੇ ਨੇ ਕਿ ਇਹ ਕਿਵੇਂ ਹੋ ਸਕਦਾ? ਸਵੇਰੇ ਤੇ ਚੰਗੇ ਭਲੇ ਸਨ, ਸਾਨੂੰ ਯਕੀਨ ਨਹੀਂ ਆਉਂਦਾ। ਆਕਾਸ਼ ਦੇ ਫੁੱਲਾਂ ਦੀ ਸੁਗੰਧੀ ਵਾਂਗ ਇਹ ਗੱਲ ਜਿਹੜਾ ਹੈ ਅਸਲ ਦੇ ਵਿੱਚ ਮੰਨਣ ਯੋਗ ਨਹੀਂ। ਆਕਾਸ਼ ਵਿੱਚ ਕਿਹੜੇ ਫੁੱਲ ਲੱਗਦੇ ਨੇ? ਮਨੌਤ ਹੈ। ਉਦਾਂ ਹੀ ਕਹਿੰਦੇ ਕਿ ਸਾਨੂੰ ਯਕੀਨ ਨਹੀਂ ਹੈ। ਇਹ ਕਿਵੇਂ ਹੋ ਸਕਦਾ ਹੈ? ਹੁਣ ਜੋ ਸੁਣਿਆ ਹੈ, ਸੁਣ ਕੇ ਤੇ ਭਾਈ ਸਧਾਰਨ ਵਾਪਸ ਆ ਗਏ। ਆ ਕੇ ਸਾਰਾ ਕੁਝ ਗੁਰੂ ਸਾਹਿਬ ਜੀ ਨੂੰ ਦੱਸਿਆ ਹੈ। ਸਿੱਖ ਸੇਵਕ ਜਿਹੜੇ ਸਨ ਪ੍ਰੇਮ ਦੇ ਨਾਲ ਭਰੇ ਹੋਏ, ਉਹਨਾਂ ਦੀਆਂ ਅੱਖਾਂ ਚੋਂ ਹੰਝੂ ਵਹਿ ਰਹੇ ਨੇ। ਗੁਰੂ ਸਾਹਿਬ ਜੀ ਦੇ ਦਰਸ਼ਨ ਵੀ ਕਰ ਰਹੇ ਨੇ ਤੇ ਅੱਖਾਂ ਚੋਂ ਜਲ ਵੀ ਜਾ ਰਿਹਾ ਹੈ। ਉਸ ਸਮੇਂ ਕੀਰਤਨ ਦੀ ਧੁਨ ਜਿਹੜਾ ਕਹਿ ਲੋ ਗੂੰਜ ਰਹੀ ਹੈ, ਤੇ ਜਿਸ ਨੂੰ ਸੁਣ ਕੇ ਕਵੀ ਜੀ ਕਹਿੰਦੇ ਪੱਥਰ ਵੀ ਜਿਹੜਾ ਪਿਘਲ ਰਹੇ ਸਨ। ਐਸੀ ਕਹਿ ਲੋ ਕਿ ਮਿਠਾਸ ਦੇ ਨਾਲ ਰੱਬੀ ਕੀਰਤਨ ਉਸ ਸਮੇਂ ਹੋ ਰਿਹਾ ਸੀ। ਸਾਰੇ ਧੰਨ ਕਹਿ ਰਹੇ ਨੇ। ਗੁਰੂ ਸਾਹਿਬ ਜੀ ਨੇ ਉਹ ਸਥਾਨ ਤਿਆਰ ਕਰਵਾਇਆ ਜਿੱਥੇ ਬਿਰਾਜਮਾਨ ਹੋਣਾ ਹੈ, ਲੇਟਣਾ ਹੈ ਤੇ ਜੋਤੀ ਜੋਤ ਸਮਾਉਣਾ ਹੈ। ਉਹ ਸਥਾਨ ਜਿਹੜਾ ਹੈ ਕਹਿ ਲੋ ਕਿ ਤਿਆਰ ਕਰਵਾਇਆ, ਦੱਬ ਵਿਛਾ ਦਿੱਤੀ। ਕਵੀ ਜੀ ਕਹਿੰਦੇ ਬਹੁਰੋ ਕੁਸ਼ਾ ਡਸਾਏ। ਕੁਸ਼ਾ ਦਾ ਅਰਥ ਦੱਬ, ਘਾਹ ਵਿਛਾ ਦਿੱਤਾ, ਦੱਬ ਵਿਛਾ ਦਿੱਤੀ ਹੈ। ਚਾਰ ਸਪੇਰੇ ਜਿਹੜਾ ਜੈ ਜੈਕਾਰ ਦੀ ਆਵਾਜ਼ ਉੱਠ ਰਹੀ ਹੈ। ਹੈਰਾਨ ਹੋ ਕੇ ਹਰ ਕੋਈ ਜਿਹੜਾ ਹੈ ਬੈਰਾਗ ਦੇ ਵਿੱਚ ਰੋ ਵੀ ਰਿਹਾ ਹੈ, ਤੇ ਸਾਰਿਆਂ ਦੀ ਜ਼ੁਬਾਨ ਤੇ ਅੱਜ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਇਹ ਲਫ਼ਜ਼ ਹੈ। ਮਾਤਾ ਸੁਲੱਖਣੀ ਜੀ ਆਏ ਨੇ, ਖਬਰ ਜਦੋਂ ਪੁੱਜੀ ਹੈ। ਦੋਹਾਂ ਪੁੱਤਰਾਂ ਨੇ ਬਚਨ ਨਹੀਂ ਮੰਨੇ, ਇਹ ਸਾਰਾ ਕੁਝ ਉਹਨਾਂ ਨੂੰ ਪਤਾ ਲੱਗਾ। ਖੁਦ ਉਹ ਚੱਲ ਕੇ ਆਏ ਹਨ। ਸਿਰ ਦੇ ਸਾਈਂ ਸਮਾਉਣ ਲੱਗੇ ਨੇ, ਜੋਤੀ ਜੋਤ ਸਮਾਉਣ ਲੱਗੇ ਨੇ, ਤੇ ਉਸ ਜਗ੍ਹਾ ਦੀ ਕਹਿ ਲੋ ਕਿ ਇੱਕ ਤਿਆਰੀ ਕੀਤੀ ਗਈ ਹੈ। ਉਸ ਸਮੇਂ ਫਿਰ ਜਿਹੜਾ ਹੈ ਨਾ, ਉਸ ਵੇਲੇ ਮਾਤਾ ਸੁਲੱਖਣੀ ਜੀ ਤੁਰੰਤ ਜਿਹੜਾ ਗੁਰੂ ਸਾਹਿਬ ਜੀ ਕੋਲ ਆਏ ਨੇ, ਜਿੱਥੇ ਸਤਿਗੁਰੂ ਜੀ ਬਿਰਾਜਮਾਨ ਸਨ। ਇਸ ਪ੍ਰਕਾਰ ਬਹੁਤ ਭੀੜ ਵੇਖ ਕੇ ਹੈਰਾਨ ਵੀ ਹੋਏ ਨੇ ਮਾਤਾ ਸੁਲੱਖਣੀ ਜੀ। ਅੱਖਾਂ ਵਿੱਚ ਜਲ ਵੀ ਭਰਿਆ ਹੈ। ਹਿਰਦੇ ਵਿੱਚ ਵਿਸ਼ਾਲ ਕਹਿ ਲੋ ਬਹੁਤ ਸ਼ਰਧਾ ਭਰ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਮੱਥਾ ਟੇਕਣ ਆਏ ਹਨ।
ਇਸ ਪ੍ਰਕਾਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਦੋਂ ਮਾਤਾ ਸੁਲੱਖਣੀ ਜੀ ਨੇ ਮੱਥਾ ਟੇਕਿਆ ਤੇ ਸਤਿਗੁਰੂ ਜੀ ਨੇ ਤੱਕਿਆ ਹੈ, ਵੇਖਿਆ ਹੈ, ਤੇ ਬੜੇ ਸੁੱਖ ਦੇਣ ਵਾਲੇ ਬਚਨ ਸਤਿਗੁਰੂ ਜੀ ਨੇ ਫਿਰ ਕੀਤੇ ਨੇ ਉੱਥੇ। ਉਹ ਕਿਹੜੇ ਬਚਨ ਨੇ ਤੇ ਕਿਵੇਂ ਸਤਿਗੁਰੂ ਜੀ ਜੋਤੀ ਜੋਤ ਸਮਾਉਣਗੇ ਉਹ, ਇਸ ਪ੍ਰਸੰਗ ਨੂੰ ਆਪਾਂ 23 ਤਰੀਕ ਸ਼ਾਮ ਦੇ ਦੀਵਾਨਾਂ ਦੇ ਵਿੱਚ ਵਿਚਾਰ ਕਰਾਂਗੇ। ਬੇਨਤੀ ਹੈ ਕੱਲ ਸਵੇਰੇ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਦੇ ਪਾਵਨ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਵੇਰੇ 9 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 23 ਤਰੀਕ ਸਵੇਰੇ 9 ਵਜੇ ਸਮਾਪਤੀ, 10 ਵਜੇ ਤੱਕ ਕੀਰਤਨ ਹੋਏਗਾ ਹਜ਼ੂਰੀ ਲਾਗੀ ਜਥੇ ਪਾਸੋਂ, ਤੇ ਸਵੇਰੇ 10 ਵਜੇ ਸਮਾਪਤੀ ਹੈ। ਉਪਰੰਤ ਗੁਰੂ ਕੇ ਲੰਗਰ, ਠੰਡੇ ਮਿੱਠੇ ਜਲ ਦੀ ਛਬੀਲ, ਅਟੁੱਟ ਲੰਗਰ ਵਰਤੇਗਾ ਜੀ। ਆਪ ਸਮੂਹ ਸਾਧ ਸੰਗਤ ਸਮੇਂ ਸਿਰ ਪਹੁੰਚ ਕੇ ਹਾਜ਼ਰੀ ਭਰਿਓ। ਹੁਣ ਸੇਵਾ ਹੈ, ਇਸ ਲਈ ਆਪਾਂ ਸਮਾਪਤੀ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।